योग्यता से बढ़ के दिया है अपनी दया से तूने मुझे, मांगने से ज्यादा मिला मुझे, आभारी हूँ प्रभु मैं। मांगने से ज्यादा मिला मुझे, आभारी हूँ प्रभु मैं। धन्यवाद के साथ स्तुति गा। ਸਾਰੇ ਭੈਣ ਭਰਾਵਾਂ ਨੂੰ ਜੈ ਮਸੀਹ ਦੀ। ਅੱਜ ਦੇ ਵਚਨ ਦਾ ਮਨਨ ਕਰਨ ਤੋਂ ਪਹਿਲਾਂ ਅਸੀਂ ਪ੍ਰਾਰਥਨਾ ਵਿੱਚ ਜਾਵਾਂਗੇ। ਦਿਆਲੂ ਪ੍ਰਭੂ, ਅਸੀਂ ਆਪ ਦਾ ਧੰਨਵਾਦ, ਆਪ ਦੀ ਮਹਿਮਾ, ਆਪ ਦੀ ਵਡਿਆਈ ਕਰਦੇ ਹਾਂ। ਆਪ ਰਾਜਿਆਂ ਦੇ ਰਾਜਾ, ਪ੍ਰਭੂਆਂ ਦੇ ਪ੍ਰਭੂ ਹੋ। ਸਾਡੇ ਜੀਵਨ ਦੇ ਵਿੱਚ ਆਪਣੇ ਵਚਨ ਦਾ ਪ੍ਰਕਾਸ਼ ਦੇ ਕੇ ਸਾਨੂੰ ਆਪਣੀ ਭਗਤੀ ਦੇ ਲਈ ਆਪਣੇ ਰਾਜ ਵਿੱਚ ਲੈ ਕੇ ਚੱਲਦੇ ਹੋ। ਅਸੀਂ ਉਸ ਦੇ ਲਈ ਤੇਰਾ ਧੰਨਵਾਦ ਕਰਦੇ ਹਾਂ। ਅੱਜ ਦੇ ਇਸ ਵਚਨ ਦੇ ਵਿੱਚ ਜੋ ਤੂੰ ਸਾਨੂੰ ਆਪਣਾ ਸੰਦੇਸ਼ ਦੇਣਾ ਚਾਹੁੰਦਾ ਹੈ, ਉਸ ਸੰਦੇਸ਼ ਦੇ ਨਾਲ ਸਾਨੂੰ ਜੀਵਨ ਜੀਣ ਦੇ ਲਈ ਮਦਦ ਕਰ ਅਤੇ ਹਰ ਇੱਕ ਭਾਈ ਭੈਣ ਨੂੰ ਜੋ ਤੇਰੇ ਵਚਨ ਨੂੰ ਜਾਣਦਾ ਹੈ ਉਸ ਦੇ ਉੱਤੇ ਆਪਣੀ ਕਿਰਪਾ ਦੀ ਨਿਗਾਹ ਕਰ। ਜੋ ਤੈਨੂੰ ਨਹੀਂ ਜਾਣਦਾ ਉਸ ਨੂੰ ਜਾਣਨ ਦੇ ਲਈ ਮਦਦ ਕਰ, ਤਾਂ ਕਿ ਆਪ ਦੇ ਨਾਮ ਦੀ ਮਹਿਮਾ ਵਡਿਆਈ ਹੋ ਸਕੇ। ਇਹ ਸਭੋ ਕੁਝ ਤੇਰੇ ਹੱਥਾਂ ਵਿੱਚ ਸੌਂਪਦੇ ਹੋਏ ਬੇਨਤੀ ਮੁਕਤੀ ਦਾ ਤੇ ਪ੍ਰਭੂ ਯਿਸੂ ਮਸੀਹ ਦੇ ਪਵਿੱਤਰ ਤੇ ਸਮਰਥੀ ਨਾਮ ਵਿੱਚ ਮੰਗਦੇ ਹਾਂ। ਪਿਆਰੇ ਅਜ਼ੀਜ਼, ਅੱਜ ਦੇ ਵਚਨ ਦਾ ਜੋ ਮੈਂ ਭਾਗ ਲਿਆ ਹੈ ਉਹ ਲਿਆ ਹੈ ਯਹੋਨਾ ਦੀ ਅੰਜੀਲ, ਉਸ ਦਾ 1 ਅਧਿਆਇ ਉਸ ਦੀ 9 ਆਇਤ ਦੇ ਵਿੱਚੋਂ। ਇੱਥੇ ਲਿਖਿਆ ਹੈ, ਜੇ ਅਸੀਂ ਆਪਣਿਆਂ ਪਾਪਾਂ ਦਾ ਇਕਰਾਰ ਕਰੀਏ ਤਾਂ ਉਹ ਵਫਾਦਾਰ ਅਤੇ ਧਰਮੀ ਹੈ, ਭਾਈ ਸਾਡੇ ਪਾਪਾਂ ਨੂੰ ਮਾਫ ਕਰੇ ਅਤੇ ਸਾਨੂੰ ਸਾਰੇ ਕੁਧਰਮ ਤੋਂ ਸ਼ੁੱਧ ਕਰੇ। ਸਾਰੇ ਕੁਧਰਮ ਤੋਂ ਸ਼ੁੱਧ ਕਰੇ। ਵਿਸ਼ਵਾਸਯੋਗ ਧਰਮੀ ਅੱਜ ਦਾ ਮੇਰਾ ਵਿਸ਼ਾ ਹੈ, ਵਿਸ਼ਵਾਸਯੋਗ ਧਰਮੀ। ਬਾਣੀ ਦੇ ਵਿੱਚ ਜਦੋਂ ਅਸੀਂ ਦੇਖਦੇ ਹਾਂ ਗਿਲਗਾਲ ਸ਼ਬਦ, ਕਿਉਂਕਿ ਇਸਰਾਈਲੀਆਂ ਨੇ ਜਦੋਂ ਕੈਨਾਨ ਦੇ ਪਾਰ ਜਾਣਾ ਸੀ ਤਾਂ ਉਹਨਾਂ ਨੇ ਗਿਲਗਾਲ ਦੇ ਉੱਤੇ ਆਪਣੇ ਡੇਰੇ ਨੂੰ ਲਾਇਆ। ਗਿਲਗਾਲ ਦਾ ਜੋ ਅਸਲ ਅਰਥ ਹੈ ਉਹਦਾ ਮਤਲਬ ਹੈ ਲੁੜਕਾਉਣਾ। ਇਸਰਾਈਲੀਆਂ ਦੇ ਲਈ ਮਿਸਰ ਵਿੱਚ ਜਾਣਾ ਜੀਵਨ ਨਿੰਦਾ ਜੀਵਨ ਸੀ, ਪਰ ਗਿਲਗਾਲ ਵਿੱਚ ਉਹਨਾਂ ਦੀ ਨਿੰਦਾ ਦੂਰ ਕੀਤੀ ਗਈ, ਕਿਉਂਕਿ ਪਰਮੇਸ਼ਰ ਉਹਨਾਂ ਨੂੰ ਮਿਸਰ ਦੇ ਵਿੱਚੋਂ ਕੱਢ ਕੇ ਲੈ ਕੇ ਗਿਆ। ਪਰਮੇਸ਼ਰ ਨੇ ਉਹਨਾਂ ਦੀਆਂ ਬੀਤੀਆਂ ਅਸਫਲਤਾਵਾਂ ਅਤੇ ਪਰਾਜੈ, ਸ਼ਰਮ ਅਤੇ ਨਿੰਦਾ ਨੂੰ ਲੁੜਕਾ ਕੇ ਉਹਨਾਂ ਦੇ ਜੀਵਨ ਦੇ ਵਿੱਚ ਦੂਰ ਕਰ ਦਿੱਤਾ। ਇਹ ਯੋਜਨਾ ਪਰਮੇਸ਼ਰ ਕੋਲ ਹੈ ਪਾਪੀ ਮਨੁੱਖ ਦੇ ਲਈ। ਇਹ ਯੋਜਨਾ ਪਰਮੇਸ਼ਰ ਨੇ ਬਣਾਈ ਹੈ ਪਾਪੀ ਮਨੁੱਖ ਦੇ ਲਈ। ਕਿਉਂ? ਕਿਉਂਕਿ ਉਹ ਵਿਸ਼ਵਾਸਯੋਗ ਧਰਮੀ ਪਰਮੇਸ਼ਰ ਹੈ। ਇਸ ਦੁਨੀਆ ਦੇ ਵਿੱਚ ਕੋਈ ਵੀ ਵਿਸ਼ਵਾਸਯੋਗ ਨਹੀਂ, ਇੱਕ ਵੀ ਨਹੀਂ। ਬਾਈਬਲ ਦੇ ਵਿੱਚ ਜਦੋਂ ਅਸੀਂ ਰੋਮੀਆਂ ਦੀ ਪੁਸਤਕ 3 ਅਧਿਆਇ ਉਹਦੀ 9 ਅਤੇ 10 ਆਇਤ ਨੂੰ ਪੜ੍ਹਦੇ ਹਾਂ ਤਾਂ ਉਸ ਵਿੱਚ ਲਿਖਿਆ ਕੋਈ ਧਰਮੀ ਨਹੀਂ, ਇੱਕ ਵੀ ਧਰਮੀ ਨਹੀਂ। ਸਿਰਫ ਧਰਮੀ ਕੌਣ ਹੈ? ਪਰਮੇਸ਼ਰ। ਵਿਸ਼ਵਾਸਯੋਗ ਕੌਣ ਹੈ? ਪਰਮੇਸ਼ਰ। ਉਹ ਜਾਣਦਾ ਹੈ ਪਾਪੀ ਮਨੁੱਖ ਦੀ ਦਸ਼ਾ ਨੂੰ। ਉਸ ਨੂੰ ਪਤਾ ਹੈ ਕਿ ਮਨੁੱਖ ਵਿਸ਼ਵਾਸਯੋਗ ਨਹੀਂ ਹੈ। ਕਿਉਂ? ਕਿਉਂਕਿ ਉਹ ਪਾਪ ਦੇ ਵਿੱਚ ਘਿਰ ਚੁੱਕਾ ਹੈ, ਪਾਪ ਦੀ ਸਜ਼ਾ ਦੇ ਅਧੀਨ ਆ ਚੁੱਕਾ ਹੈ ਅਤੇ ਉਹਦੇ ਮਨ ਦੇ ਵਿਚਾਰ, ਉਹਦੇ ਸੋਚਣ ਦੇ ਵਿਚਾਰ, ਉਹਦੇ ਦੇਖਣ ਦੇ ਵਿਚਾਰ, ਉਹਦੇ ਸੁਣਨ ਦੇ ਵਿਚਾਰ ਸਭ ਪਾਪ ਹੀ ਪਾਪ ਹੈ। ਉਹਦੇ ਵਿੱਚ ਧਰਮੀਪਨ ਨਜ਼ਰ ਹੀ ਨਹੀਂ ਆਉਂਦਾ ਹੈ। ਉਹ ਜੋ ਹੱਕਦਾ ਹੈ ਉਹ ਪਾਪ ਦੇ ਨਾਲ ਹੱਕਦਾ ਹੈ, ਜੋ ਵੇਖਦਾ ਹੈ ਉਹ ਪਾਪ ਦੇ ਨਾਲ ਵੇਖਦਾ ਹੈ, ਜੋ ਕਰਦਾ ਹੈ ਉਹ ਪਾਪ ਦੇ ਨਾਲ ਕਰਦਾ ਹੈ। ਕਿਉਂ? ਕਿਉਂਕਿ ਆਦਮ ਵੰਸ਼ ਤੋਂ ਹੀ ਉਹਦੇ ਜੀਵਨ ਦੇ ਵਿੱਚ ਪਾਪ ਆ ਗਿਆ ਅਤੇ ਇਸ ਪਾਪ ਨੇ ਉਹਨਾਂ ਦੇ ਜੀਵਨ ਦੇ ਵਿੱਚ ਰਾਜ ਕੀਤਾ। ਜਿਵੇਂ ਅਸੀਂ ਰੋਮੀਆਂ 5:12 ਦੇ ਵਿੱਚ ਪੜ੍ਹਦੇ ਹਾਂ,
ਪਾਪ ਤੋਂ ਮੌਤ ਆਈ ਅਤੇ ਮੌਤ ਸਭਨਾ ਮਨੁੱਖਾਂ ਦੇ ਵਿੱਚ ਫੈਲ ਗਈ ਅਤੇ ਇਸ ਮੌਤ ਨੇ ਸਭਨਾ ਮਨੁੱਖਾਂ ਦੇ ਵਿੱਚ ਰਾਜ ਕੀਤਾ। ਪਰ ਪਰਮੇਸ਼ਰ ਵਿਸ਼ਵਾਸਯੋਗ ਹੈ, ਧਰਮੀ ਹੈ, ਜਿਸ ਨੇ ਇਸ ਮਨੁੱਖ ਨੂੰ ਬਚਾਉਣ ਦੇ ਲਈ ਇੱਕ ਅਜਿਹੀ ਯੋਜਨਾ ਤਿਆਰ ਕੀਤੀ ਜਿਹੜੀ ਕਿ ਵਿਸ਼ਵਾਸਯੋਗਤਾ ਨੂੰ ਮਨੁੱਖਾਂ ਦੇ ਜੀਵਨ ਦੇ ਵਿੱਚ ਪ੍ਰਗਟ ਕਰਦੀ ਹੈ। ਕਾਹਦੇ ਲਈ? ਬਚਾਵ ਦੇ ਲਈ। ਕੋਈ ਵੀ ਮਨੁੱਖ ਦੇ ਲਈ ਅੱਜ ਤੱਕ ਉਹਨਾਂ ਦੀ ਮੁਕਤੀ ਦੇ ਲਈ, ਉਹਨਾਂ ਦੇ ਮੋਕਸ਼ ਦੇ ਲਈ, ਉਹਨਾਂ ਦੇ ਉਧਾਰ ਦੇ ਲਈ ਕਾਰਜ ਵਿਸ਼ਵਾਸਯੋਗਤਾ ਨਾਲ ਨਹੀਂ ਕਰ ਸਕਿਆ। ਜਿਵੇਂ ਇਸਰਾਈਲੀਆਂ ਦੇ ਵਿੱਚ ਗਿਲਗਾਲ ਦਾ ਮਤਲਬ ਲੁੜਕਾਣਾ, ਮਿਸਰ ਦਾ ਮਤਲਬ ਈਸ਼ ਨਿੰਦਾ ਦਾ ਉਹਨਾਂ ਦੇ ਜੀਵਨ ਦੇ ਵਿੱਚ ਆਉਣਾ। ਇਸਰਾਇਲ ਪਾਪ ਦੇ ਬੰਧਨਾਂ ਦੇ ਵਿੱਚ 450 ਸਾਲ ਜਕੜਿਆ ਰਿਹਾ ਔਰ 430 ਵਰਿਆਂ ਤੋਂ ਬਾਅਦ ਪਰਮੇਸ਼ਵਰ ਨੇ ਉਹਨਾਂ ਦੀ ਆਵਾਜ਼ ਨੂੰ ਸੁਣਿਆ। ਮੂਸਾ ਦੇ ਰਾਹੀਂ ਉਹਨਾਂ ਦੇ ਜੀਵਨ ਦੇ ਵਿੱਚ ਛੁਟਕਾਰੇ ਦਾ ਸੰਦੇਸ਼ ਭੇਜਿਆ ਗਿਆ ਵਿਸ਼ਵਾਸਯੋਗ ਧਰਮੀ ਪਰਮੇਸ਼ਵਰ ਦੇ ਵੱਲੋਂ। ਵਿਸ਼ਵਾਸਯੋਗ ਦਾ ਮਤਲਬ ਖਰਾ ਉਤਰਨਾ। ਖਰਾ ਉਤਰਨ ਦਾ ਮਤਲਬ ਸੱਚਾਈ ਦੇ ਨਾਲ ਖੜੇ ਰਹਿਣਾ ਅਤੇ ਸੱਚਾਈ ਦੇ ਨਾਲ ਉਹਨਾਂ ਦੇ ਜੀਵਨ ਦੇ ਵਿੱਚ ਮੁਕਤੀ ਦੇ ਕੰਮ ਨੂੰ ਕਰਨਾ। ਧਰਮੀ ਦਾ ਮਤਲਬ ਸੱਚ ਦੇ ਵਿੱਚ ਪਵਿੱਤਰਤਾ ਦੇ ਕਾਰਜ ਨੂੰ ਆਪਣੇ ਜੀਵਨ ਦੇ ਵਿੱਚ ਬਣਾਈ ਰੱਖਣਾ। ਇਹ ਸਿਰਫ ਪਰਮੇਸ਼ਰ ਹੀ ਕਰ ਸਕਦਾ ਸੀ। ਮਨੁੱਖ ਨੂੰ ਪਰਮੇਸ਼ਵਰ ਨੇ ਆਪਣੇ ਪੁੱਤਰ ਪ੍ਰਭੂ ਯਿਸੂ ਮਸੀਹ ਦੇ ਰਾਹੀਂ ਉਹਨਾਂ ਦੇ ਵਿੱਚ ਵਿਸ਼ਵਾਸਯੋਗਤਾ ਦਾ ਕਾਰਜ ਕੀਤਾ। ਅਸੀਂ ਹਾਰਨ ਦੇ ਲਈ ਸ਼ੈਤਾਨ ਜੋ ਸ਼ਕਤੀਸ਼ਾਲੀ ਹੈ ਕਿ ਬੀਤੇ ਦਿਨਾਂ ਵਿੱਚ ਸਾਡੀਆਂ ਅਸਫਲਤਾਵਾਂ ਨੂੰ ਨਿਰੰਤਰ ਸਾਡੇ ਅੱਗੇ ਯਾਦ ਕਰਾਉਣ ਦੇ ਲਈ ਸਾਡੇ ਵਿੱਚ ਕਾਰਜ ਕਰਦਾ ਹੈ। ਕਿ ਅਗਰ ਅਸੀਂ ਮੰਨ ਲਓ ਜਿੱਤ ਗਏ ਆ, ਅਸੀਂ ਮੰਨ ਲਿਆ ਕਿ ਅਸੀਂ ਪ੍ਰਭੂ ਯਿਸੂ ਮਸੀਹ ਨੂੰ ਸਵੀਕਾਰ ਕਰ ਲਿਆ, ਪਰ ਸਾਨੂੰ ਹਰਾਉਣ ਦੇ ਲਈ ਉਹ ਸਾਡੀਆਂ ਅਸਫਲਤਾਵਾਂ ਤੇਰੇ ਤੋਂ ਨਹੀਂ ਹੋ ਸਕਦਾ, ਤੂੰ ਨਹੀਂ ਕਰ ਸਕਦਾ। ਕਈ ਵਾਰ ਸਾਡੇ ਪਿਛਲੇ ਪਾਪ ਸਾਨੂੰ ਰਿਮੈਂਬਰ ਕਰਾ ਕੇ ਸਾਨੂੰ ਡੇਗਦਾ ਰਹਿੰਦਾ ਹੈ ਅਤੇ ਸਾਨੂੰ ਨਸ਼ਟ ਕਰਨ ਦੀ ਯੋਜਨਾ ਬਣਾਉਂਦਾ ਰਹਿੰਦਾ ਹੈ। ਇਹਨਾਂ ਗੱਲਾਂ ਦੇ ਕਾਰਨ ਅਸੀਂ ਨਿਰਾਸ਼ ਹੋ ਕੇ ਕਹਿੰਦੇ ਹਾਂ ਮਸੀਹ ਵਿੱਚ ਜੋ ਮਿਰਾਸ ਹੈ ਉਸ ਨੂੰ ਪ੍ਰਾਪਤ ਕਰਨ ਦਾ ਵਿਚਾਰ ਮੇਰੇ ਜਿਹੇ ਵਿਅਕਤੀ ਕਿਸ ਤਰ੍ਹਾਂ ਨਾਲ ਰੱਖ ਸਕਦਾ ਹੈ। ਮੈਂ ਤਾਂ ਨਹੀਂ ਰੱਖ ਸਕਦਾ, ਮੈਂ ਤਾਂ ਪਾਪੀ ਹਾਂ, ਮੇਰੇ 'ਚ ਹੋ ਨਹੀਂ ਸਕਦਾ, ਮੈਂ ਅਸਫਲ ਹਾਂ। ਇਸ ਰੀਤ ਨਾਲ ਕਈ ਵਿਸ਼ਵਾਸੀ ਦੰਡ ਦੇ ਨਿਆਂ ਦੇ ਅਧੀਨ ਆ ਚੁੱਕੇ। ਪਰ ਇਸ ਰੀਤ ਨਾਲ ਪਾਪ ਨੂੰ ਦੋਸ਼ ਦੇ ਥੱਲੇ ਰਹਿਣ ਦੀ ਲੋੜ ਨਹੀਂ ਹੈ। ਪਾਪਾਂ ਦੇ ਦਾਗ ਨੂੰ ਧੁਲਾਉਣ ਦੇ ਲਈ ਅਸੀਂ ਯਿਸੂ ਮਸੀਹ ਦੇ ਬਹੁਮੁੱਲ ਲਹੂ ਨੂੰ ਰਿਮੈਂਬਰ ਕਰੀਏ, ਜਿਸ ਦੇ ਬਾਰੇ ਇੱਥੇ ਅਸੀਂ 7 ਆਇਤ ਦੇ ਵਿੱਚ ਪੜ੍ਹਦੇ ਹਾਂ। ਜਿਵੇਂ ਉਹ ਚਾਨਣ ਵਿੱਚ ਹੈ ਤਿਵੇਂ ਅਸੀਂ ਚਾਨਣ ਵਿੱਚ ਚੱਲੀਏ ਤਾਂ ਇੱਕ ਦੂਜੇ ਨਾਲ ਸਾਡੀ ਸੰਗਤ ਹੈ। ਉਸ ਦੇ ਪੁੱਤਰ ਯਿਸੂ ਦਾ ਲਹੂ ਸਾਨੂੰ ਸਾਰੇ ਪਾਪਾਂ ਤੋਂ ਸ਼ੁੱਧ ਕਰਦਾ ਹੈ। ਵਿਸ਼ਵਾਸਯੋਗਤਾ ਇਹ ਹੈ ਕਿ ਪ੍ਰਭੂ ਨੇ ਮੇਰੇ ਪਾਪੀ ਦੇ ਲਈ ਇੱਕੋ ਵਾਰ ਕਾਲਵਰੀ ਕਰੂਸ ਦੇ ਉੱਤੇ ਕਾਰਜ ਕਰ ਦਿੱਤਾ, ਇੱਕੋ ਵਾਰ ਸਾਰੇ ਪਾਪਾਂ ਦਾ। ਜੇ ਮੇਰੇ ਜੀਵਨ ਦੇ ਵਿੱਚ ਕੋਈ ਪਾਪ ਹੋ ਗਿਆ ਮੈਂ ਸਮਝਦਾ ਹਾਂ, ਤਾਂ ਜੋ ਯਹੋਨਾ ਇੱਥੇ ਕਹਿੰਦਾ ਜੇ ਅਸੀਂ ਆਪਣੇ ਪਾਪਾਂ ਦਾ ਇਕਰਾਰ ਉਹਦੇ ਅੱਗੇ ਕਰੀਏ ਤਾਂ ਵਿਸ਼ਵਾਸ, ਇਹਦਾ ਮਤਲਬ ਵਿਸ਼ਵਾਸਯੋਗਤਾ ਦੇ ਨਾਲ ਯਿਸੂ ਮਸੀਹ ਦੇ ਵਿੱਚ ਮੇਰੇ ਸਾਰੇ ਪਾਪ, ਭਾਵੇਂ ਉਹ ਲਾਲ ਰੰਗ ਦੇ ਕਿਰਮਚੀ ਰੰਗ ਦੇ ਹੋਣ, ਉਹਨਾਂ ਨੂੰ ਸਾਫ਼ ਕਰਨ ਦੀ ਯੋਗਤਾ ਉਹ ਰੱਖਦਾ ਹੈ। ਯੋਗਤਾ ਸੇ ਵੜ ਕਰ ਦਿਆ ਹੈ। ਪ੍ਰਭੂ ਨੇ ਤੋਹਫਾ ਦਿੱਤਾ ਹੈ ਮੇਰੇ ਲਈ, ਜਿਹਦੇ ਮੈਂ ਯੋਗ ਨਹੀਂ, ਜਿਹਦੇ ਮੈਂ ਲਾਇਕ ਨਹੀਂ,
ਉਹ ਪਰਮੇਸ਼ਰ ਨੇ ਆਪਣੇ ਪੁੱਤਰ ਵਿੱਚ, ਜਿੱਥੇ ਮੇਰੇ ਪਾਪਾਂ ਦੇ ਕਾਰਨ ਮੈਨੂੰ ਨਿਰਾਸ਼ਾ ਆਉਂਦੀ ਹੈ, ਜਿੱਥੇ ਮੇਰੇ ਪਾਪਾਂ ਦੇ ਕਾਰਨ ਸ਼ੈਤਾਨ ਮੈਨੂੰ ਨਿਰਾਸ਼ਾ ਦੀ ਹਾਲਤ ਵਿੱਚ ਲੈ ਆਉਂਦਾ ਹੈ, ਉੱਥੇ ਪਰਮੇਸ਼ਰ ਪੁੱਤਰ ਪ੍ਰਭੂ ਯਿਸੂ ਮਸੀਹ ਦਾ ਲਹੂ ਮੇਰੇ ਜੀਵਨ ਦੇ ਵਿੱਚ ਦਾਵਾ ਕਰਕੇ ਕਹਿੰਦਾ ਹੈ ਕਿ ਜੇ ਤੂੰ ਆਪਣੇ ਪਾਪਾਂ ਦਾ ਉਹਦੇ ਅੱਗੇ ਇਕਰਾਰ ਕਰਦਾ ਹੈ ਤਾਂ ਮਾਫ ਕਰਨ ਦੇ ਲਈ ਵਿਸ਼ਵਾਸਯੋਗ ਧਰਮੀ ਪਰਮੇਸ਼ਰ ਹੈ। कोई होर ईश्वर नहीं सिवाय प्रभु यीशु मसीह दे, क्योंकि वो कहता है आकाश दे हेठा रसूलां दे करतब 4:12 दे विच मनुक्खां दे विचकार कोई होर नाम नहीं दिता गया जिस तो असी बचाए जाना, वो है प्रभु यीशु मसीह, क्योंकि उसे दे विच साडे सारे पाप माफ होंदे और उसे नूं परमेश्वर ने पहला तो ही ठहरा दिता सी मेरे पापां दी माफी दे लई। की क्या सी? जदों असीं मती रची सुसमाचार 1:21 पढ़दे लिखिया है तू उसका नाम यसू रखी, वो अपने लोकां नूं उन्हां दे पापां तो बचावेगा, उन्हां दा उद्धार करेगा, ਉਹ ਪ੍ਰਭੂ ਯਿਸੂ ਮਸੀਹ। ਅੱਜ ਉਸੇ ਵਿੱਚ ਸਾਨੂੰ ਮਾਫੀ ਮਿਲਦੀ ਹੈ, ਉਸੇ ਵਿੱਚ ਸਾਨੂੰ ਸ਼ੁੱਧਤਾ, ਉਸਦੇ ਲਹੂ ਉੱਤੇ ਨੇਚਾ ਰੱਖਣ ਦੇ ਰਾਹੀਂ ਸ਼ੁੱਧ ਅਤੇ ਅਸੀਂ ਪਵਿੱਤਰ ਰਹਿ ਸਕਦੇ ਹਾਂ। ਜਦੋਂ ਅਸੀਂ ਰਸੂਲਾਂ ਦੇ ਕਰਤੱਵ 15:9 ਪੜ੍ਹਦੇ ਹਾਂ ਤਾਂ ਉਸ ਵਿੱਚ ਪਰਮੇਸ਼ਵਰ ਮੈਨੂੰ ਉਸ ਵਿਸ਼ਵਾਸ ਯੋਗਤਾ ਦੇ ਵਿੱਚ अपनी तसल्ली मेरे जीवन विच दिंदा। 15:9 विच लिखिया और विश्वास दे राही उन्हां दे मन शुद्ध करके साडे विच अते उन्हां विच कुछ भिन्न भेद ना रखिया। पर इस युग दा ईश्वर साडे इस जगह दे उत्ते आके साडे उस माफी दे उत्ते प्रश्न चिन्ह खड़ा करके सानू मुड़ बैकस्लाइड करने की कोशिश करता है। सानू लोड़ नहीं है, क्योंकि लिखिया जे असी अपने पापां दा इकरार ओहदे अगे करते हाँ तो साडे पापां नू माफ करन दे लई विश्वासयोग धर्मी है। जद भी असी मन वचन या व्यवहार तो अशुद्ध हुंदे हाँ तद इस रीत नाल कह सकते हाँ प्रभु यीशु मैं अशुद्ध होया हाँ, किरपा करके मैनू माफ कर अते अपने लहू नाल मैनू धो के शुद्ध कर। उस तो बाद वो सानू शुद्ध करेगा। ये करन दी लोड़ है। बाइबल दे विच लिखिया है तुहाडे जीवन दे विच सूरज ढलण तो पहला तुहाडा क्रोध ठंडा हो जाना चाहिए। भाव माफी मंग के अपने आप को परमेश्वर दे अगे पवित्र कर लेना चाहिए, क्योंकि वो माफ करन दे लई मेरे जीवन में विश्वासयोग धर्मी परमेश्वर है। पर जे असी उस दे लहू दे थले नहीं आउंदे हां तां असी न्याय दे अधीन आ जांदे हां। मेरे भाई भैन, क्योंकि परमेश्वर का न्याय बाइबल दे विच लिखिया है पाप की मजदूरी तो मौत है, पर परमेश्वर की बख्शिश मसीह यसू विच सदीपक जीवन है। फिर न्याय मेरे लिए खड़ा हो जाता। पाप की मजदूरी फिर मेरे विच पाप बनया है अते उसकी मजदूरी मौत परमेश्वर वालों जो नियुक्त की गई है, परमेश्वर तो विछोड़ा अलगाव वो मेरे जीवन विच आ जाता। परमेश्वर ने मेरे पाप लुटका दिते हैं, मैनू शिफा बख्श दी है। हुण मैनू उहदे अगे इकरार करन दी लोड़ है। जदों मैं उस दे अगे अपने पापां दा इकरार करदा हाँ तां ओह मैनू माफ करन दे लई तैयार रहिंदा है। जे असी खुद नू नमर करिए अते पापां नू स्वीकार करिए अते उसदे बहुमूल्य लाहू दे थले आके पापां दी माफी मंगीए तां ओह साडे पापां नू
ਧੋ ਸੁੱਟੇਗਾ। ਲਿਖਿਆ ਯਿਸੂ ਮਸੀਹ ਦਾ ਲਹੂ ਸਾਡੇ ਸਾਰੇ ਪਾਪਾਂ ਤੋਂ ਸਾਨੂੰ ਸ਼ੁੱਧ ਕਰਦਾ ਹੈ, ਧੋ ਸੁੱਟੇਗਾ। ਫਿਰ ਮੈਂ ਪਾਪ ਦੇ ਅਧੀਨ ਨਹੀਂ, ਫਿਰ ਮੈਂ ਪਰਮੇਸ਼ਰ ਦੀ ਵਿਸ਼ਵਾਸਯੋਗਤਾ ਦੇ ਵਿੱਚ ਪਰਮੇਸ਼ਰ ਦੀ ਸੰਤਾਨ ਬਣ ਕੇ ਉਸ ਦੇ ਰਾਜ ਦਾ ਅਧਿਕਾਰੀ ਉਸ ਦੇ ਨਾਲ ਬਣਿਆ ਪਾਇਆ ਜਾਂਦਾ। ਪਿਆਰੇ ਅਜ਼ੀਜ਼, ਕੀ ਤੁਸੀਂ ਪਰਮੇਸ਼ਰ ਦੀ ਵਿਸ਼ਵਾਸਯੋਗਤਾ ਦੇ ਵਿੱਚ ਆਪਣੇ ਆਪ ਨੂੰ ਧਰਮੀ ਬਣਾਉਣਾ ਚਾਹੁੰਦੇ ਹੋ? ਜੇ ਚਾਹੁੰਦੇ ਹੋ ਤਾਂ ਅੱਜ ਆਪਣੇ ਆਪ ਦੇ ਵਿੱਚ ਪਾਪਾਂ ਦੀ ਮਾਫੀ ਦਾ ਇਕਰਾਰ ਕਰੋ ਅਤੇ ਆਖੋ, ਪ੍ਰਭੂ ਯਿਸੂ ਮਸੀਹ ਤੂੰ ਮੇਰੇ ਪਾਪਾਂ ਦੇ ਲਈ ਮਾਰਿਆ ਗਿਆ, ਗੱਡਿਆ ਗਿਆ ਤੇ ਤੀਸਰੇ ਦਿਨ ਜੀ ਉੱਠਿਆ, ਹੁਣ ਤੂੰ ਮੇਰਾ ਪ੍ਰਭੂ ਹੈ। ਤਦ ਉਹ ਤੁਹਾਨੂੰ ਆਪਣੇ ਲਹੂ ਦੇ ਨਾਲ ਸ਼ੁੱਧ ਕਰਕੇ ਆਪਣੀ ਸੰਤਾਨ ਹੋਣ ਦਾ ਹੱਕ ਦੇਵੇਗਾ, ਜੋ ਯਹੋਨਾ 1:12 ਵਿੱਚ ਲਿਖਿਆ। ਜੇ ਅਸੀਂ ਇਹ ਮੰਨ ਲਈਏ ਕਿ ਵਿਸ਼ਵਾਸ ਕਰ ਲਈਏ ਉਸ ਨਾਮ ਦੇ ਉੱਤੇ ਕਿ ਯਿਸੂ ਹੀ ਪ੍ਰਭੂ ਹੈ, ਤਾਂ ਉਹ ਮੈਨੂੰ ਉਸ ਦੇ ਪੁੱਤਰ ਹੋਣ ਦਾ ਹੱਕ ਦੇਵੇਗਾ। ਜਿਨ੍ਹਾਂ ਨੇ ਉਸ ਨਾਮ ਦੇ ਉੱਤੇ ਨਿਹਚਾ ਕੀਤੀ, ਉਹਨਾਂ ਨੂੰ ਪਰਮੇਸ਼ਰ ਦੇ ਪੁੱਤਰ ਹੋਣ ਦਾ ਹੱਕ ਦਿੱਤਾ ਹੈ। ਮੈਨੂੰ ਅਤੇ ਆਪ ਨੂੰ ਉਸਨੇ ਹੱਕ ਦੇ ਦਿੱਤਾ ਹੈ ਵਿਸ਼ਵਾਸ ਕਰਾਂ। ਜੇ ਵਿਸ਼ਵਾਸ ਨਹੀਂ ਕਰਦੇ ਹਾਂ ਤਾਂ ਅਸੀਂ ਸਦੀਵੀ ਅਨੰਤ ਮੌਤ ਦੇ ਲਈ ਉਸ ਦੇ ਨਿਆਂ ਦੇ ਅੱਗੇ ਧਰ ਦਿੱਤੇ ਜਾਂਦੇ ਹਾਂ। ਪਰਮੇਸ਼ਰ ਨਹੀਂ ਚਾਹੁੰਦਾ ਕਿ ਤੁਸੀਂ ਉਸ ਪਾਪ ਦੇ ਨਿਆਂ ਦੇ ਵਿੱਚ ਹਮੇਸ਼ਾ ਦੇ ਲਈ ਉਸ ਸਦੀਵੀ ਮੌਤ ਵਿੱਚ ਜਾਓ। ਉਹ ਚਾਹੁੰਦਾ ਹੈ ਤੁਸੀਂ ਮੁੜੋ, ਪਾਪ ਦਾ ਅੰਗੀਕਾਰ ਕਰੋ ਅਤੇ ਉਸ ਦੀ ਸੰਤਾਨ ਬਣ ਕੇ ਉਸ ਦੇ ਨਾਲ ਹਮੇਸ਼ਾ ਦਾ ਰਾਜ ਕਰੋ। ਇਸ ਰਾਜ ਨੂੰ ਦੇਣ ਦੇ ਲਈ ਉਹ ਪ੍ਰੇਮੀ ਪਰਮੇਸ਼ਰ ਵਿਸ਼ਵਾਸਯੋਗ ਧਰਮੀ ਹੈ। ਪਰਮੇਸ਼ਰ ਆਪ ਨੂੰ ਉਸ ਵਿਸ਼ਵਾਸਯੋਗ ਧਰਮੀ ਪਰਮੇਸ਼ਰ ਦੇ ਵਿੱਚ ਉਸ ਦੇ ਪੁੱਤਰ ਹੋਣ ਦੇ ਲਈ ਮਦਦ ਕਰੇ। ਜੈ ਮਸੀਹ ਦੀ। ਮਾਰਾਨਾਥਾ।